जी आए ਨੂੰ ਪਿਆਰੇ ਵਿਦਿਆਰਥੀਓ 10th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਲਿਟਰੇਚਰ ਬੁੱਕ ਸਪਲੀਮੈਂਟਰੀ ਰੀਡਰ ਦਾ ਲੈਸਨ ਨੰਬਰ 1 ਬੈਡ ਨੰਬਰ 29 ਇਸ ਲੈਸਨ ਦੀ ਰੀਡਿੰਗ ਟ੍ਰਾਂਸਲੇਸ਼ਨ ਐਂਡ ਐਕਸਪਲੇਨੇਸ਼ਨ ਦਾ ਅਗਲਾ ਹਿੱਸਾ। ਸੋ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਨਾਲ ਦੇ ਨਾਲ ਨੋਟਸ ਬਣਾਈ ਜਾਓ ਤੇ ਜਿਹੜੇ ਔਖੇ ਸ਼ਬਦ ਆਣਗੇ ਉਹਦੇ ਅਰਥ ਦੱਸੇ ਜਾਣਗੇ। ਉਹ ਅਰਥ ਵੀ ਤੁਸੀਂ ਨਾਲ ਦੇ ਨਾਲ ਆਪਣੀ ਨੋਟਬੁੱਕ ਵਿੱਚ ਉਤਾਰ ਲੈਣੇ ਨੇ ਤੇ ਉਹਨਾਂ ਨੂੰ ਯਾਦ ਕਰ ਲੈਣਾ ਹੈ। ਸੋ ਸ਼ੁਰੂ ਕਰੀਏ। ਪਾਰਟ 1 ਵਿੱਚ ਅਸੀਂ ਛੱਡਿਆ ਸੀ ਲੈਸਨ ਹੈ ਵਾਲਾ ਜਿੱਥੇ ਉਹ ਕਹਿੰਦਾ ਕਿ ਉਹਨੂੰ ਮਨਾਉਣ ਦਾ ਯਤਨ ਕਰਦਾ ਵੀ ਤੂੰ ਪੇਂਟਿੰਗ ਕਰ ਤੇ ਉਹ ਕਹਿੰਦਾ ਕਿ ਬਿਫੋਰ ਆਈ ਨਿਊ ਵਾਟ ਆਈ ਡਿਡ ਆਈ ਸੈਡ ਯੈਸ ਤੇ ਉਹ ਹਾਂ ਕਰ ਦਿੰਦਾ। ਠੀਕ ਹੈ। ਸੋ ਉਸ ਤੋਂ ਬਾਅਦ ਕੀ ਹੁੰਦਾ ਹੈ, ਉਹ ਲਿਖਾਰੀ ਕਹਿੰਦਾ ਹੈ ਕਿ ਮਾਈ ਲਾਈਫ ਟੁਕ ਅ ਨਿਊ ਟਰਨ, ਮੇਰੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ। ਹੀ ਹੈਡ ਪ੍ਰੋਵਾਈਡਡ ਐਵਰੀਥਿੰਗ ਨੀਡਡ ਫॉर ਪੇਂਟਿੰਗ। ਨਾਈਮ ਜਿਹੜਾ ਸੀਗਾ, ਹੀ ਮਾਨੇ ਨਈਮ, ਉਹਨੇ ਜੋ ਕੁਝ ਵੀ ਚਿੱਤਰਕਾਰੀ ਕਰਨ ਲਈ ਚਾਹੀਦਾ ਸੀਗਾ ਸਾਰਾ ਕੁਝ ਮੈਨੂੰ ਪ੍ਰੋਵਾਈਡ ਕੀਤਾ, ਸਾਰਾ ਕੁਝ ਮੈਨੂੰ ਮੁਹੱਈਆ ਕਰਾਇਆ। ਐਂਡ ਵੈਨ ਦੀ ਹਸਪੀਟਲ ਅਟੈਂਡੈਂਟਸ ਕਰਾਈਡ ਆਊਟ ਇਨ ਸਰਪ੍ਰਾਈਜ਼, ਤੇ ਜਦੋਂ ਹਸਪੀਟਲ ਦੇ ਵਿੱਚ ਸੇਵਾ ਕਰਨ ਵਾਲੇ ਜਿਹੜੇ ਵਰਕਰ ਸੀਗੇ, ਅਟੈਂਡੈਂਟ ਜਿਹੜੇ ਸੀਗੇ, ਉਹ ਕਦੀ ਜੇ ਹੈਰਾਨ ਹੋ ਕੇ ਉੱਚੀ ਜੀ ਬੋਲੇ ਐਜ਼ ਦੇ ਐਂਟਰ ਦਾ ਰੂਮ, ਜਦੋਂ ਕਮਰੇ 'ਚ ਪ੍ਰਵੇਸ਼ ਕਰਦੇ ਤੇ ਮੈਨੂੰ ਦੇਖਦੇ ਮੈਂ ਕਰ ਰਿਹਾ ਤੇ ਹੈਰਾਨੀ ਨਾਲ ਉੱਚ ਕੇ ਬੋਲਦੇ, ਹੀ ਮੇਡ them ਕੁਆਇਟ, ਉਹ ਉਹਨਾਂ ਨੂੰ ਚੁੱਪ ਕਰਾਉਂਦਾ। ਦੈਨ ਦੀ ਮਿਰੈਕਲ ਸਟਾਰਟਿਡ, ਤੇ ਫਿਰ ਇੱਕ ਚਮਤਕਾਰ ਸ਼ੁਰੂ ਹੋਇਆ, ਇੱਕ ਕਰਾਮਾਤ ਸ਼ੁਰੂ ਹੋਈ। ਮਿਰੈਕਲ ਦਾ ਮਤਲਬ ਹੁੰਦਾ ਚਮਤਕਾਰ, ਕਰਾਮਾਤ। ਵਿਦ ਈਗਰ ਬਟ ਆਲਮੋਸਟ ਟ੍ਰੈਂਬਲਿੰਗ ਫਿਗਰ, ਉਹ ਚਮਤਕਾਰ ਕਿਹੜਾ ਸ਼ੁਰੂ ਹੋਇਆ ਕਿ ਵਿਦ ਈਗਰ ਬਟ ਆਲਮੋਸਟ ਟ੍ਰੈਂਬਲਿੰਗ ਫਿੰਗਰ, ਅਰਥਾਤ ਕੰਬਦੀ ਹੋਈ ਤਕਰੀਬਨ ਆਲਮੋਸਟ ਮੈਨੇ ਤਕਰੀਬਨ ਕੰਬਦੀ ਹੋਈ ਪਰ ਉਤਸ਼ਾਹੀ ਉਂਗਲ ਦੇ ਨਾਲ, ਉਤਸੁਕ ਉਂਗਲ ਦੇ ਨਾਲ। ਈਗਰ ਮੈਨੇ ਉਤਸੁਕ, ਟ੍ਰੈਂਬਲਿੰਗ ਮੈਨੇ ਕੰਬਦੀ ਹੋਈ ਉਂਗਲ ਦੇ ਨਾਲ। ਆਈ ਸਟਾਰਟਿਡ ਡਰਾਇੰਗ ਅ ਸੀਨ, ਮੈਂ ਉਸ ਦ੍ਰਿਸ਼ ਨੂੰ ਖਿੱਚਣਾ ਸ਼ੁਰੂ ਕੀਤਾ। ਆਈ ਹੈਡ ਵੰਸ ਐਡਮਾਇਰਡ, ਜਿਸ ਸੀਨ ਦੀ ਮੈਂ ਕਦੀ ਇੱਕ ਵਾਰ ਪਹਿਲਾਂ ਸਿਫਤ ਕੀਤੀ ਸੀਗੀ। ਜਿਹੜਾ ਸੀਨ ਨਹੀਂ ਮੈਨੂੰ ਦੱਸਿਆ ਸੀਗਾ ਤੇ ਬੜਾ ਉਹਨੇ ਸਿਫਤ ਕੀਤੀ ਸੀਗੀ ਤੇ ਉਹਨੇ ਉਹਨੂੰ ਡਰਾ ਕਰਨਾ ਸ਼ੁਰੂ ਕੀਤਾ। ਆਈ ਲੇਬਰਡ ਔਨ ਐਂਡ ਔਨ ਸਕੈਚਿੰਗ ਦੀ ਸੀਨ, ਉਸ ਦ੍ਰਿਸ਼ ਨੂੰ ਖਿੱਚਦੇ ਹੋਏ, ਸਕੈਚ ਕਰਦੇ ਹੋਏ ਮੈਂ ਸਖਤ ਮਿਹਨਤ ਕਰੀ ਗਿਆ। ਲੇਬਰ ਹੁੰਦਾ ਬੱਚਿਓ ਕੋਈ ਕੰਮ ਇਹ ਸਖਤੀ ਨਾਲ ਕਰਨਾ, ਮਿਹਨਤ ਨਾਲ ਕਰਨਾ, ਠੀਕ ਹੈ, ਔਖੇ ਹੋ ਕੇ ਕਰਨਾ। ਸੋ ਆਈ ਲੇਬਰਡ ਔਨ ਐਂਡ ਔਨ ਸਕੈਚਿੰਗ ਦੀ ਸੀਨ ਫਰੋਮ ਦੀ ਕੈਨਵਸ ਆਫ ਮਾਈ ਮੈਮਰੀ, ਆਪਣੇ ਯਾਦ ਦੀ ਜਿਹੜਾ ਮੇਰਾ ਕੈਨਵਸ ਸੀਗਾ, ਮੇਰੀ ਜੋ ਮੇਰੇ ਚੇਤੇ ਵਿੱਚ ਜਿਹੜਾ ਕੈਨਵਸ ਬਣਿਆ ਹੋਇਆ ਸੀ, ਤਸਵੀਰ ਬਣੀ ਸੀ, ਉਹਨੂੰ ਪੇਪਰ 'ਤੇ ਲਿਆ ਕੇ, ਔਨ ਦੀ ਪੇਪਰ, ਅਰਥਾਤ ਜਿਹੜਾ ਮੇਰਾ ਯਾਦ ਦਾ ਕੈਨਵਸ ਸੀਗਾ ਉਹ 'ਚੋਂ ਮੈਂ ਉਹਨੂੰ ਸੀਨ ਨੂੰ ਪੇਪਰ 'ਤੇ ਲਿਆਂਦਾ, ਉਹਨੂੰ ਡਰਾ ਕੀਤਾ। ਟੂ ਐਬਜ਼ੌਰਬ ਟੂ ਥਿੰਕ ਆਫ ਮਾਈ ਬਲਾਈਂਡਨੈਸ, ਮੈਂ ਇੰਨਾ ਖੁੱਭ ਗਿਆ ਕਿ ਮੈਨੂੰ ਇਹ ਭੁੱਲ ਗਿਆ ਕਿ ਮੈਂ ਅੰਨਾ ਸੀਗਾ, ਮੈਂ ਦ੍ਰਿਸ਼ਟਹੀਨ ਸੀਗਾ। ਟੂ ਐਬਜ਼ੌਰਬ ਹੁੰਦਾ ਹੈ ਖੁੱਭ ਜਾਣਾ ਕਿਸੇ ਚੀਜ਼ ਵਿੱਚ, ਵੀ ਉਸ ਚਿੱਤਰਕਾਰੀ ਦੇ ਕੰਮ ਵਿੱਚ ਮੈਂ ਇੰਨਾ ਖੁੱਭ ਗਿਆ ਕਿ ਮੈਂ ਵੀ ਭੁੱਲ ਗਿਆ ਕਿ ਮੈਂ ਅੰਨਾ ਹਾਂ। ਆਈ ਫਿਨਿਸ਼ਡ ਦਾ ਸੀਨ, ਮੈਂ ਉਸ ਚਿੱਤਰ ਨੂੰ, ਉਸ ਦ੍ਰਿਸ਼ ਨੂੰ ਡਰਾ ਕਰਨਾ ਮੁਕੰਮਲ ਕੀਤਾ। ਐਂਡ ਇਨ ਅ ਸ਼ੇਕੀ ਵੋਇਸ ਕਾਲਡ ਫॉर ਨਈਮ, ਸ਼ੇਕੀ ਮੈਨੇ ਕੰਬਦੀ ਹੋਈ, ਤੇ ਕੰਬਦੀ ਹੋਈ ਆਵਾਜ਼ ਵਿੱਚ ਫਿਰ ਮੈਂ ਨਈਮ ਲਈ ਸੱਦਾ ਭੇਜਿਆ ਵੀ ਨਈਮ ਨੂੰ ਬੁਲਾਓ। ਹੀ ਬਾਉਂਡਿਡ ਟੂ ਮਾਈ ਬੈੱਡ, ਉਹ ਟੱਪਦਾ ਹੋਇਆ, ਛਲਾਂਗਾ ਮਾਰਦਾ, ਮਤਲਬ ਕਿ ਮੇਰੇ ਬਿਸਤਰੇ 'ਤੇ ਆਇਆ। ਫॉर ਅ ਵਾਈਲ ਆਈ ਹਰਡ ਨਥਿੰਗ, ਤੇ ਕੁਝ ਦੇਰ ਲਈ ਮੈਂ ਕੁਝ ਨਾ ਸੁਣਿਆ, ਉਹ ਕੁਝ ਨਹੀਂ ਬੋਲਿਆ। ਆਈ ਹਰਡ ਨਥਿੰਗ ਵਾਲੇ ਵੀ ਮੇਰੇ ਕੰਨੀ ਕੁਛ ਨਹੀਂ ਪਿਆ, ਵੀ ਉਹਨੇ ਤਸਵੀਰ ਦੇਖੀ, ਕੁਝ ਬੋਲਿਆ ਨਹੀਂ। ਮਾਈ ਹਾਰਟ ਸੈਂਕ, ਮੇਰਾ ਦਿਲ ਬੈਠ ਗਿਆ, ਅਰਥਾਤ ਵੀ ਜਦੋਂ ਵੀ ਨਿਰਾਸ਼ ਹੋਇਆ ਵੀ ਕੁਝ ਵੀ ਠੀਕ ਨਹੀਂ ਬਣਿਆ ਹੋਇਆਗਾ, ਹੈ ਨਾ। ਆਈ ਮਸਟ ਹੈਵ ਬੰਗਲਡ ਇਟ, ਬੰਗਲ ਹੁੰਦਾ ਬੱਚਿਓ ਇਹ ਗੜਬੜ ਕਰ ਦੇਣੀ, ਸੱਤਿਆਨਾਸ਼ ਕਰ ਦੇਣਾ, ਮਤਲਬ ਕੋਈ ਚੀਜ਼ ਕੰਮ ਖਰਾਬ ਕਰ ਦੇਣਾ। ਕਹਿੰਦਾ ਆਈ ਮਸਟ ਹੈਵ ਬੰਗਲਡ ਇਟ, ਅਰਥਾਤ ਮੈਂ ਜ਼ਰੂਰ ਮਤਲਬ ਕਿ ਗੜਬੜ ਕਰ ਦਿੱਤੀ ਹੋਏਗੀ, ਵੀ ਠੀਕ ਨਹੀਂ ਬਣਿਆ ਹੋਣਾ। ਆਈ ਥਾਟ, ਮੈਂ ਇਹ ਤਾਂ ਸੋਚਿਆ। ਦੈਨ ਹਿਜ਼ ਵਾਇਸ ਬ੍ਰੋਕ ਦੀ ਸਾਇਲੈਂਸ, ਫਿਰ ਉਹਦੀ ਆਵਾਜ਼ ਨੇ ਚੁੱਪੀ ਰੋਕੀ। ਇਟਸ ਮਾਰਵਲਸ, ਇਹ ਤੇ ਕਮਾਲ ਦਾ ਹੈ। ਇਟਸ ਅਨਬਿਲੀਵੇਬਲ, ਵਿਸ਼ਵਾਸ ਨਹੀਂ ਹੁੰਦਾ। ਯੂ ਆਰ ਅ ਜੀਨੀਅਸ, ਤੂੰ ਤੇ ਜੀਨੀਅਸ ਹੈਗਾ। ਮੈਨ, ਵਾਹ ਕਮਾਲ ਹੈ ਬੰਦੇ, ਤੂੰ ਤੇ ਕਮਾਲ ਹੈ, ਤੂੰ ਰੋਸ਼ਨ ਦਿਮਾਗ ਹੈ, ਤੂੰ ਤੇ ਜੀਨੀਅਸ ਹੈਗਾ, ਹੀਰਾ ਹੈਗਾ। ਹੂ ਵੁੱਡ ਸੇ ਯੂ ਆਰ ਬਲਾਈਂਡ, ਕੌਣ ਕਹੇਗਾ ਕਿ ਤੂੰ ਅੰਨਾ ਹੈਗਾ। ਆਈ ਫੈਲਟ ਰਿਲੈਕਸਡ, ਮੈਂ ਥੋੜ੍ਹਾ ਹੌਲਾ ਮਹਿਸੂਸ ਕੀਤਾ। ਐਂਡ ਆਈ ਸੈਡ, ਅਤੇ ਮੈਂ ਕਿਹਾ ਰੀਅਲੀ, ਸੱਚੀ। ਆਈ ਕੁਡ ਨੈਵਰ ਬਿਲੀਵ, ਮੈਂ ਕਦੀ ਵਿਸ਼ਵਾਸ ਨਾ ਕਰ ਸਕਿਆ, ਮੈਂ ਕਦੀ ਵਿਸ਼ਵਾਸ ਨਹੀਂ ਕਰ ਸਕਦਾ ਸੀ। ਆਈ ਕੁਡ ਨੈਵਰ ਬਿਲੀਵ, ਮੈਂ ਇਸ ਗੱਲ 'ਤੇ ਕਦੀ ਵਿਸ਼ਵਾਸ ਨਹੀਂ ਕਰ ਸਕਦਾ ਸੀਗਾ
ਹੈਡ ਇਟ ਨਾਟ ਹੈਪਨਡ ਵਿਦ ਮਾਈ ਸੈਲਫ, ਜੇ ਕਿਤੇ ਇਹ ਮੇਰੇ ਨਾਲ ਨਾ ਹੋਇਆ ਹੁੰਦਾ। ਅਰਥਾਤ ਜੇ ਕੋਈ ਮੈਨੂੰ ਕਿਸੇ ਹੋਰ ਬਾਰੇ ਦੱਸਦਾ, ਜੇ ਮੈਨੂੰ ਕੋਈ ਕਿਸੇ ਹੋਰ ਬਾਰੇ ਦੱਸਦਾ ਕਿ ਇੱਦਾਂ ਹੋਇਆ ਹੈ, ਤੇ ਮੈਂ ਉਹਨੂੰ ਵਿਸ਼ਵਾਸ ਨਹੀਂ ਕਰਨਾ ਸੀਗਾ। ਪਰ ਇਹ ਮੇਰੇ ਨਾਲ ਇੱਦਾਂ ਹੋਇਆ ਕਿ ਮੈਂ ਅੰਨਾ ਸੀਗਾ, ਮੈਂ ਡਰਾਅ ਕੀਤਾ ਤੇ ਉਹਨੇ ਸਿਫਤਾਂ ਕੀਤੀਆਂ ਤੇ ਮੈਨੂੰ ਥੋੜ੍ਹਾ ਚੰਗਾ ਲੱਗਿਆ। ਐਵਰੀ ਮਾਰਨਿੰਗ, ਹਰ ਸਵੇਰ ਆਫਟਰ ਬ੍ਰੇਕਫਾਸਟ ਦੇ ਮਗਰੋਂ ਨੇਮ ਵੁੱਡ ਕਮ ਟੂ ਮਾਈ ਬੈੱਡ, ਨੇਮ ਮੇਰੇ ਬਿਸਤਰੇ ਦੇ ਕੋਲ ਆਉਂਦਾ, ਇਨ ਅ ਡ੍ਰੀਮੀ ਵੌਇਸ, ਸੁਪਨਮਈ ਆਵਾਜ਼ ਦੇ ਵਿੱਚ, ਅਰਥਾਤ ਮਸਤੀ ਭਰੀ ਆਵਾਜ਼ ਦੇ ਵਿੱਚ, ਮਤਲਬ ਕਿ ਜਿੱਦਾਂ ਮੱਠੀ ਜਿਹੀ ਢਿੱਲੀ ਜਿਹੀ ਆਵਾਜ਼ ਦੇ ਵਿੱਚ। ਹੀ ਵੁੱਡ ਡਿਸਕ੍ਰਾਈਬ ਅ ਸੀਨ, ਉਹ ਇੱਕ ਸੁਪਨਮਈ ਆਵਾਜ਼ ਦੇ ਵਿੱਚ ਕਿਸੇ ਦ੍ਰਿਸ਼ ਨੂੰ ਉਹਦਾ ਵੇਰਵਾ ਦਿੰਦਾ, ਵਿਚ ਆਈ ਵੁੱਡ ਵਰਕ ਫਰੋਮ ਡੌਨ ਟੂ ਡਸਕ, ਤੇ ਜਿਹਦੇ ਉੱਤੇ ਫਿਰ ਮੈਂ ਡੌਨ ਹੁੰਦੀ ਸਵੇਰ, ਡਸਕ ਹੁੰਦੀ ਤਕਾਲਾਂ, ਸਵੇਰ ਤੋਂ ਲੈ ਕੇ ਤਕਾਲਾਂ ਤੱਕ ਮੈਂ ਉਹ ਕੰਮ ਕਰਦਾ। ਕਿਹੜਾ? ਉਹ ਸੀਨ ਦਾ ਵੇਰਵਾ ਦਿੰਦਾ ਤੇ ਮੈਂ ਸੀਨ ਨੂੰ ਕਾਗਜ਼ ਦੇ ਉੱਤੇ ਖਿੱਚਦਾ, ਉਹਦੀ ਤਸਵੀਰ ਬਣਾਉਂਦਾ। ਐਜ਼ ਇਫ ਦੀ ਡੇ ਵੁੱਡ ਨੈਵਰ ਐਂਡ, ਤੇ ਇਦਾਂ ਲੱਗਦਾ ਸੀ ਜਿਵੇਂ ਦਿਨ ਕਦੀ ਮੁੱਕੇਗਾ ਹੀ ਨਹੀਂ। ਵਨ ਕੈਨਵਸ ਫਿਨਿਸ਼ਡ, ਇੱਕ ਕੈਨਵਸ ਅਰਥਾਤ ਇੱਕ ਤਸਵੀਰ ਖਤਮ ਹੁੰਦੀ ਸੀ, ਐਂਡ ਅਨਦਰ ਸਟਾਰਟਡ, ਤੇ ਦੂਜੀ ਸ਼ੁਰੂ ਹੋ ਜਾਂਦੀ ਸੀ। ਇਟ ਵਾਜ਼ ਵੰਡਰਫੁਲ, ਇਹ ਕਮਾਲ ਦੀ ਗੱਲ ਸੀ, ਮਤਲਬ ਇਹ ਬੜੀ ਹੈਰਾਨਜਨਕ ਗੱਲ ਸੀ, ਬੜਾ ਮਜ਼ੇਦਾਰ ਗੱਲ ਸੀ। ਨੇਮ ਵੁੱਡ ਮੇਕ ਮੀ ਡਰਾਅ ਆਲ ਦੀ ਮੈਜਿਕ ਡ੍ਰੀਮ ਲਰਨਡ ਸੀਨਰੀ, ਨੇਮ ਜਿਹੜਾ ਸੀਗਾ ਉਹ ਮੇਰੇ ਰਾਹੀਂ ਇਸ ਤਰ੍ਹਾਂ ਦੇ ਜਾਦੂਈ ਸੁਪਨਮਈ ਸੀਨ ਜਿਹੜੇ ਸੀ, ਦ੍ਰਿਸ਼ ਸੀਗੇ, ਮੇਰੇ ਕੋਲੋਂ ਡਰਾਅ ਕਰਵਾਉਂਦਾ ਸੀ, ਮੇਰੇ ਕੋਲੋਂ ਮਤਲਬ ਕਿ ਡਰਾਇੰਗ ਬਣਵਾਉਂਦਾ ਸੀਗਾ ਮੈਨੂੰ ਦੱਸ ਕੇ। ਲੂਜ਼ਿੰਗ ਮਾਈ ਸੈਲਫ ਇਨ ਦਿਸ ਵਰਲਡ ਆਫ ਕਲਰਸ, ਫੋਰਗੇਟਿੰਗ ਮਾਈ ਬਲਾਈਂਡਨੈਸ, ਕਹਿੰਦੇ ਆਪਣੇ ਆਪ ਨੂੰ ਇਹਨਾਂ ਰੰਗਾਂ ਦੀ ਦੁਨੀਆ ਵਿੱਚ ਗਵਾ ਕੇ, ਫੋਰਗੇਟਿੰਗ ਮਾਈ ਬਲਾਈਂਡਨੈਸ, ਆਪਣੀ ਦ੍ਰਿਸ਼ਟਹੀਨਤਾ ਨੂੰ ਭੁਲਾ ਕੇ, ਆਈ ਕ੍ਰੀਏਟਿਡ ਔਨ ਪੇਪਰ ਆਲ ਹੀ ਸੈਡ, ਜੋ ਵੀ ਇਹ ਬੋਲਦਾ ਗਿਆ ਉਹਦੇ ਸ਼ਬਦਾਂ ਨੂੰ ਮੈਂ ਪੇਪਰ ਦੇ ਉੱਤੇ ਪੇਂਟਿੰਗ ਦੇ ਰੂਪ ਵਿੱਚ, ਚਿੱਤਰ ਦੇ ਰੂਪ ਵਿੱਚ ਉਹਦੀ ਰਚਨਾ ਕਰੀ ਗਿਆ। ਹੀ ਆਲਵੇਜ਼ ਪ੍ਰੇਜ਼ਡ ਮੀ, ਉਹ ਹਮੇਸ਼ਾ ਮੇਰੀ ਸਿਫਤ ਕਰਦਾ ਸੀ। ਐਂਡ ਆਈ ਬਿਕੇਮ ਮੋਰ ਐਂਡ ਮੋਰ ਕਨਵਿੰਸਡ ਆਫ ਮਾਈ ਜੀਨੀਅਸ, ਤੇ ਮੈਂ ਆਪਣੀ ਲਿਆਕਤ ਦਾ, ਆਪਣੇ ਇਸ ਦਿਮਾਗ ਦੀ ਰੋਸ਼ਨਾਈ ਦਾ, ਆਪਣੀ ਇਸ ਕਾਬਲੀਅਤ ਦੇ ਬਾਰੇ ਹੋਰ ਪੱਕਾ ਮੈਨੂੰ ਯਕੀਨ ਹੁੰਦਾ ਗਿਆ, ਮੇਰਾ ਆਤਮ ਵਿਸ਼ਵਾਸ ਵੱਧਦਾ ਗਿਆ। ਹੀ ਵੁੱਡ ਹਿਮਸੈਲਫ ਮਿਕਸ ਦਾ ਕਲਰਸ, ਉਹ ਆਪ ਸਾਰੇ ਰੰਗਾਂ ਨੂੰ ਰਲਾਉਂਦਾ, ਐਂਡ ਸਜੈਸਟ ਅ ਫੇਂਟ ਸ਼ੇਡ ਹੇਅਰ, ਅ ਡਾਰਕ ਲਾਈਨ ਦੇਅਰ, ਤੇ ਨਾਲ ਮੈਨੂੰ ਸਲਾਹ ਦਿੰਦਾ ਕਿ ਇੱਥੇ ਰੰਗ ਥੋੜ੍ਹਾ ਹਲਕਾ ਜਿਹਾ ਫਿੱਕਾ ਕਰੋ, ਇੱਥੇ ਇੱਕ ਲਾਈਨ ਗੂੜੀ ਬਣਾਓ, ਮਤਲਬ ਕਿ ਉਹਨਾਂ ਨੂੰ ਗਾਈਡ ਵੀ ਕਰਦਾ। ਇਟ ਵਾਜ਼ ਦੈਨ ਦੈਟ ਦੀ ਡਾਕਟਰਸ ਆਪਰੇਟਿਡ ਅਪੋਨ ਮੀ ਅਗੇਨ, ਤਦੋਂ ਫਿਰ ਇਹ ਹੋਇਆ ਕਿ ਡਾਕਟਰਾਂ ਨੇ ਮੇਰੇ ਤੇ ਮਤਲਬ ਕਿ ਮੇਰਾ ਅੱਖਾਂ ਦਾ ਆਪਰੇਸ਼ਨ ਦੁਬਾਰਾ ਫਿਰ ਕੀਤਾ। ਨਈਮ ਹੈਡ ਟੇਕਨ ਓਵਰ ਦੀ ਵਰਕ ਆਫ ਰੀਡਿੰਗ ਟੂ ਮੀ, ਨਈਮ ਨੇ ਹੁਣ ਮੇਰੇ ਵਾਸਤੇ ਮੈਨੂੰ ਕਿਤਾਬਾਂ ਪੜ੍ਹ ਕੇ ਸੁਣਾਉਣ ਦਾ ਕੰਮ ਲੈ ਲਿਆ ਸੀਗਾ। ਰੀਡਿੰਗ ਟੂ ਮੀ, ਮੈਨੇ ਉਹ ਕਿਤਾਬ, ਕੋਈ ਕਹਾਣੀ, ਕੋਈ ਨਾਵਲ, ਕੋਈ ਸਟੋਰੀ ਮੈਨੂੰ ਪੜ੍ਹ ਕੇ ਸੁਣਾਉਂਦਾ ਸੀਗਾ। ਟੇਕਨ ਓਵਰ, ਮੈਨੇ ਉਹ ਜ਼ਿੰਮੇਵਾਰੀ ਲੈ ਲਈ ਸੀ। ਨੇਮ ਹੈਡ ਟੇਕਨ ਓਵਰ ਦੀ ਵਰਕ ਆਫ ਰੀਡਿੰਗ ਟੂ ਮੀ ਔਰ ਡਿਸਕ੍ਰਾਈਬਿੰਗ ਅ ਸੀਨ ਫਰੋਮ ਮਾਈ ਵਿੰਡੋ, ਤੇ ਜਾਂ ਫਿਰ ਮੇਰੀ ਖਿੜਕੀ ਤੋਂ ਜੋ ਦ੍ਰਿਸ਼ ਦਿਖਦਾ ਸੀ ਉਹਦਾ ਵੇਰਵਾ ਦਿੰਦਾ ਸੀ। ਐਜ਼ ਆਈ ਵਾਜ਼ ਅਨਏਬਲ ਟੂ ਮੂਵ ਫਰੋਮ ਮਾਈ ਬੈੱਡ, ਕਿਉਂਕਿ ਮੈਂ ਹੁਣ ਆਪਣੇ ਬਿਸਤਰੇ ਤੋਂ ਮੂਵ ਕਰਨ ਲਈ, ਹਿੱਲਣ ਲਈ ਅਸਮਰਥ ਸੀ। ਐਜ਼ ਡੇਜ਼ ਪਾਸਡ, ਜਿਵੇਂ ਦਿਨ ਬੀਤੇ, ਮਾਈ ਐਂਗਜ਼ਾਈਟੀ ਇਨਕਰੀਜ਼ਡ, ਮੇਰੀ ਚਿੰਤਾ ਵੱਧ ਗਈ। ਪਾਰਟਲੀ ਬਿਕੋਜ਼ ਆਈ ਵਾਂਟਿਡ ਟੂ ਸੀ ਦਾ ਵਰਲਡ ਆਫ ਕਲਰਸ ਵਿਦ ਮਾਈ ਓਨ ਆਈਜ਼, ਇੱਕ ਤੇ ਇਸ ਕਰਕੇ ਚਿੰਤਾ ਵਧੀ ਕਿਉਂਕਿ ਮੈਂ ਆਪਣੀਆਂ ਖੁਦ ਦੀਆਂ ਅੱਖਾਂ ਦੇ ਨਾਲ ਦੁਨੀਆ ਦੇ ਰੰਗ ਵੇਖਣਾ ਚਾਹੁੰਦਾ ਸੀ। ਬਟ ਮੋਸਟਲੀ ਬਿਕੋਜ਼ ਆਈ ਹੈਡ ਸਪੈਂਟ ਮਾਈ ਲਾਸਟ ਰੁਪੀ ਔਨ ਦਿਸ ਵੈਰੀ ਆਪਰੇਸ਼ਨ, ਪਰ ਮੁੱਖ ਤੌਰ ਤੇ ਇਹ ਚਿੰਤਾ ਮੇਰੀ ਇਸ ਕਰਕੇ ਵਧੀ ਕਿਉਂਕਿ ਮੇਰਾ ਆਖਰੀ ਪੈਸਾ ਜਿਹੜਾ ਸੀਗਾ, ਜੋ ਮੇਰੇ ਕੋਲ ਬਚਿਆ ਸੀਗਾ, ਅਖੀਰਲਾ ਰੁਪਇਆ ਜਿਹੜਾ ਸੀ, ਇਸ ਆਪਰੇਸ਼ਨ ਤੇ ਮੇਰਾ ਖਰਚ ਹੋ ਚੁੱਕਾ ਸੀ। ਐਂਡ ਇਨ ਕੇਸ ਆਫ ਫੇਲੀਅਰ, ਤੇ ਜੇ ਕਿਤੇ ਇਹ ਆਪਰੇਸ਼ਨ ਨਾ ਕਾਮਯਾਬ ਹੋਏ, ਆਈ ਵੁੱਡ ਹੈਵ ਟੂ ਲੀਡ ਦੀ ਰੈਸਟ ਮੈਨੇ ਤਰਸਮਈ, ਦੁਖਦਾਈ, ਮੁਸੀਬਤ ਭਰੀ ਲਾਈਫ ਆਫ ਡਾਰਕਨੈਸ, ਹਨੇਰੀ ਦੀ, ਐਂਡ ਮਿਜ਼ਰੀ, ਦੁਰਦਸ਼ਾ ਦੀ। ਸੋ ਇਹ ਦੁਰਦਸ਼ਾ ਦੀ, ਹਨੇਰੇ ਦੀ ਜਿਹੜੀ ਰੈਸਟ, ਬਦਨਸੀਬੀ ਵਾਲੀ, ਕਰਮਾਂ ਮਾਰੀ ਲਾਈਫ ਮੈਨੂੰ ਜ਼ਿੰਦਗੀ ਜੀਣੀ ਪਏਗੀ। ਆਈ ਵੈਂਟ ਟੂ ਦੀ ਡਾਕਟਰਸ ਰੂਮ ਵਿਦ ਦ ਨਰਸ, ਮੈਂ ਡਾਕਟਰਾਂ ਦੇ ਕਮਰੇ ਵਿੱਚ ਨਰਸ ਦੇ ਨਾਲ ਗਿਆ। ਵੈਨ ਨਈਮ ਕੇਮ ਐਂਡ ਸੈਡ, ਜਦੋਂ ਫਿਰ ਨਈਮ ਆਇਆ ਤੇ ਕਿਹਾ, ਇਟਸ ਅ ਬਿਊਟੀਫੁਲ ਡੇ, ਇਹ ਬੜਾ ਸੋਹਣਾ ਦਿਨ ਹੈ। ਆਈ ਹੋਪ ਯੂ ਸੀ ਇਟ ਸੂਨ, ਤੇ ਮੈਂ ਆਸ ਕਰਦਾ ਕਿ ਇਸ ਦਿਨ ਨੂੰ ਤੂੰ ਛੇਤੀ ਹੀ ਦੇਖੇ। ਆਈ ਟਰਾਈ ਟੂ ਆਨਸਰ, ਮੈਂ ਉਸ ਦੀ ਗੱਲ ਦਾ ਜਵਾਬ ਦੇਣ ਦਾ ਯਤਨ ਕੀਤਾ। ਬਟ ਦੇਰ ਵਾਜ਼ ਅ ਲੰਪ ਇਨ ਮਾਈ ਥਰੋਟ, ਲੰਪ ਹੁੰਦਾ ਵੀ ਗਲਾ ਭਰ ਆਉਣਾ, ਵੀ ਗੱਚ ਗਲੇ 'ਚ ਜਿੱਦਾਂ ਨਾ ਗੱਚ ਆ ਗਿਆ, ਵੀ ਮੇਰੇ ਕੋਲ ਵੀ ਮੈਂ ਜਜ਼ਬਾਤ ਨਾਲ ਇੰਨਾ ਪ੍ਰੇਮ ਨਾਲ ਭਰ ਗਿਆ ਕਿ ਮੇਰੇ ਕੋਲ ਮੂੰਹ 'ਚੋਂ, ਜ਼ੁਬਾਨ 'ਚੋਂ ਮਤਲਬ ਕਿ ਉਹ ਨਹੀਂ ਨਿਕਲੀ, ਆਵਾਜ਼ ਨਹੀਂ ਨਿਕਲੀ। ਦੇਰ ਵਾਜ਼ ਅ ਲੰਪ ਇਨ ਮਾਈ ਥਰੋਟ, ਅੰਗਰੇਜ਼ੀ ਜਿੱਦਾਂ ਕਹਿੰਦੇ ਆ ਵੀ ਗੱਚ ਭਰ ਆਇਆ, ਅਰਥਾਤ ਮੇਰਾ ਗਲਾ ਭਰ ਆਇਆ ਤੇ ਮੇਰੇ ਕੋਲ ਕੋਈ ਗੱਲ ਨਾ ਨਿਕਲੀ। ਆਈ ਸਮੈਲ ਦੀ ਸਮੈਲ ਆਫ ਦੀ ਆਪਰੇਸ਼ਨ ਥੀਏਟਰ, ਆਪਰੇਸ਼ਨ ਥੀਏਟਰ ਦੇ ਕਮਰਿਆਂ ਦੀ ਜੋ ਸਮੈਲ ਹੁੰਦੀ ਹੈ,
ਉਹ ਮੈਂ ਸੁੰਘੀ, ਮੈਨੂੰ ਉਹਦੀ ਵਾਸ਼ਨਾ ਆਈ ਵੀ ਜਿੱਦਾਂ ਆਪਰੇਸ਼ਨ ਥੀਏਟਰਾਂ 'ਚ ਦਵਾਈਆਂ ਦੀ ਸਮੈਲ ਆਉਂਦੀ ਹੈ, ਬੇਹੋਸ਼ ਕਰਨ ਦੀ ਦਵਾਈ ਦੀ ਸਮੈਲ ਆਉਂਦੀ ਹੈ। ਆਈ ਫੈਲਟ ਗਲਵਡ ਹੈਂਡ ਟਚਿੰਗ ਮੀ ਜੈਂਟਲੀ, ਮੈਂ ਦਸਤਾਨੇ ਪਏ ਹੱਥ ਨੂੰ ਮੈਨੂੰ ਛੂੰਹਦੇ ਹੋਏ ਪਿਆਰ ਦੇ ਨਾਲ ਮਹਿਸੂਸ ਕੀਤਾ। ਮਾਈ ਬੈਂਡੇਜ ਵਾਜ਼ ਬੀਇੰਗ ਅਨਬਾਊਂਡ, ਮੇਰੀ ਪੱਟੀ ਖੋਲ੍ਹੀ ਜਾ ਰਹੀ ਸੀ। ਦੀ ਕਲੌਕ ਟਿਕਟ, ਘੜੀ ਨੇ ਟਿਕ ਟਿਕ ਕੀਤਾ, ਘੜੀ ਨੇ ਮਤਲਬ ਕਿ ਘੜੀ ਚੱਲਦੀ ਪਈ ਸੀ, ਸੂਈ ਦੀ ਟਿਕ ਟਿਕ ਦੀ ਆਵਾਜ਼ ਆ ਰਹੀ ਸੀ। ਐਂਡ ਅ ਵੌਇਸ ਸੈਡ, ਅਤੇ ਇੱਕ ਆਵਾਜ਼ ਨੇ ਕਿਹਾ, ਓਪਨ ਯੋਰ ਆਈਜ਼, ਆਪਣੀਆਂ ਅੱਖਾਂ ਖੋਲ੍ਹੋ। ਐਂਡ ਆਈ ਓਪਨ ਮਾਈ ਆਈਜ਼, ਅਤੇ ਮੈਂ ਆਪਣੀਆਂ ਅੱਖਾਂ ਖੋਲ੍ਹੀਆਂ। ਦੇਅਰ ਵਾਜ਼ ਦੀ ਸੇਮ ਅਨਐਂਡਿੰਗ ਡਾਰਕਨੈਸ, ਉੱਥੇ ਉਹੀ ਕਦੀ ਨਾ ਮੁੱਕਣ ਵਾਲਾ ਉਹੀ ਹਨੇਰਾ ਸੀ। ਆਈ ਵਾਜ਼ ਬੈਕ ਇਨ ਮਾਈ ਰੂਮ, ਹੈਲਪ ਬਾਈ ਦੀ ਨਰਸ, ਨਰਸ ਦੁਆਰਾ ਮੈਨੂੰ ਮੁੜ ਕੇ ਮੇਰੇ ਕਮਰੇ ਵਿੱਚ ਲਿਆਂਦਾ ਗਿਆ। ਸੋ ਦੇਅਰ ਵਾਜ਼ ਮਾਈ ਲਾਈਫ ਫੁੱਲ ਆਫ ਡਾਰਕਨੈਸ, ਸੋ ਐਸੀ ਮੇਰੀ ਮੁੜ ਕੇ ਉਹੀ ਜ਼ਿੰਦਗੀ ਹਨੇਰੇ ਨਾਲ ਭਰੀ ਹੋਈ। ਆਈ ਬਰੀਡ ਮਾਈ ਹੈਡ ਇਨ ਦੀ ਪਿੱਲੋ, ਬਰੀਡ ਹੁੰਦਾ ਮਤਲਬ ਕਿ ਆਪਣਾ ਦਬ ਦੇਣਾ, ਲੁਕੋ ਦੇਣਾ। ਪਿੱਲੋ ਮੈਨੇ ਸਰਾਣਾ, ਮੈਂ ਆਪਣਾ ਸਿਰ ਸਰਾਣੇ ਵਿੱਚ ਲੁਕੋ ਲਿਆ, ਅਰਥਾਤ ਸਰਾਣੇ 'ਚ ਸਿਰ ਦੇ ਕੇ ਮੈਂ ਰੋਣ ਲੱਗ ਗਿਆ। ਨਹੀਂ ਵਾਜ਼ ਔਨ ਮਾਈ ਸਾਈਡ, ਨਹੀਂ ਮੇਰੇ ਪਾਸੇ ਸੀਗਾ, ਮੇਰੇ ਕੋਲ ਬੈਠਾ ਸੀ। ਕੰਸੋਲਿੰਗ ਮੀ, ਮੈਨੂੰ ਢਾਰਸ ਬੰਨ੍ਹਦਾ ਹੋਇਆ, ਮੈਨੂੰ ਦਿਲਾਸਾ ਦਿੰਦਾ ਹੋਇਆ, ਮੈਨੂੰ ਧੀਰਜ ਦਿੰਦਾ ਹੋਇਆ। ਆਈ ਵਿਲ ਬੀ ਗੋਇੰਗ ਸੂਨ ਨਈਮ, ਨਈਮ ਮੈਂ ਹੁਣ ਛੇਤੀ ਹੀ ਚਲਾ ਜਾਵਾਂਗਾ। ਆਈ ਸੈਡ ਸੈਡਲੀ ਵਨ ਡੇ, ਮੈਂ ਉਦਾਸੀ ਭਰੇ ਲਹਿਜ਼ੇ ਵਿੱਚ ਇੱਕ ਦਿਨ ਕਿਹਾ। ਤੇ ਕਿਉਂ ਚਲਾ ਜਾਵਾਂਗਾ, ਇਹ ਆਥਰ ਕਹਿ ਰਿਹਾ, ਦੇਖੋ ਇਹ ਇਨਵਰਟਿਡ ਕੋਮਾ ਜੇ। ਆਈ ਵਿਲ ਬੀ ਗੋਇੰਗ ਸੂਨ ਨੇਮ, ਨਹੀਂ ਮੈਂ ਹੁਣ ਛੇਤੀ ਹੀ ਚਲਾ ਜਾਵਾਂਗਾ। ਆਈ ਸੈਡ ਸੈਡਲੀ ਵਨ ਡੇ, ਕਿਉਂ? ਆਈ ਹੈਵ ਨੋ ਮਨੀ ਨਾਓ, ਮੇਰੇ ਕੋਲ ਹੁਣ ਕੋਈ ਹੋਰ ਪੈਸਾ ਨਹੀਂ ਹੈ। ਦਿਸ ਆਪਰੇਸ਼ਨ ਕੋਸਟ ਮੀ ਆਲ ਆਈ ਹੈਡ, ਇਸ ਆਪਰੇਸ਼ਨ ਵਿੱਚ ਜਿੰਨਾ ਕੁਛ ਮੇਰੇ ਕੋਲ ਸੀਗਾ ਉਹ ਸਾਰਾ ਲੱਗ ਗਿਆ। ਹੀ ਵਾਜ਼ ਸ਼ੌਕਡ, ਉਹ ਇੱਕੋ ਦਮ ਮਤਲਬ ਕਿ ਉਹਨੂੰ ਝਟਕਾ ਲੱਗਾ, ਉਹ ਝਟਕੇ ਭਰੀ ਹੈਰਾਨੀ ਹੋਈ। ਉਹ ਨੋ, ਹਾਏ ਨਹੀਂ, ਆਈ ਹੈਵ ਸਮ ਮਨੀ, ਯੂ ਕੈਨ ਹੈਵ ਇਟ। ਨੇਮ ਨੇ ਕਿਹਾ, ਉਹ ਨਹੀਂ ਨਹੀਂ ਇੱਦਾਂ ਨਹੀਂ, ਮੇਰੇ ਕੋਲ ਕੁਛ ਪੈਸਾ ਹੈ। ਯੂ ਕੈਨ ਹੈਵ ਇਟ, ਉਹ ਪੈਸਾ ਤੂੰ ਲੈ ਸਕਦਾ ਹੈ। ਹੀ ਸੈਡ ਸੌਫਟਲੀ, ਉਹਨੇ ਪੋਲੇ ਜਿਹੇ ਕਿਹਾ। ਆਈ ਰਿਪਲਾਈਡ ਫਰਮਲੀ, ਫਰਮਲੀ ਮੈਨੇ ਬੜੀ ਸਖਤੀ ਨਾਲ, ਮੈਂ ਬੜੀ ਸਖਤੀ ਨਾਲ ਦ੍ਰਿੜਤਾ ਦੇ ਨਾਲ ਜਵਾਬ ਦਿੱਤਾ। ਥੈਂਕਸ ਨਈਮ, ਤੇਰਾ ਸ਼ੁਕਰੀਆ ਨਈਮ। ਆਈ ਹੈਵ ਨੈਵਰ ਬੈਗਡ, ਮੈਂ ਅੱਜ ਤੱਕ ਕਦੀ ਭੀਖ ਨਹੀਂ ਮੰਗੀ। ਨੋਰ ਵਿਲ ਆਈ, ਤੇ ਨਾ ਹੀ ਕਦੀ ਮੰਗਾਂਗਾ। ਥੈਂਕਸ ਆਲ ਦਾ ਸੇਮ, ਪਰ ਫਿਰ ਵੀ ਤੇਰਾ ਧੰਨਵਾਦ। ਹੀ ਟਰਾਈਡ ਟੂ ਪਰਸੂਏਡ ਮੀ, ਉਹਨੇ ਮੈਨੂੰ ਮਨਾਉਣ ਦਾ ਯਤਨ ਕੀਤਾ। ਬਟ ਆਈ ਡਿਡਨਟ ਲਿਸਨ, ਪਰ ਮੈਂ ਉਹਦੀ ਇੱਕ ਨਾ ਸੁਣੀ, ਅਰਥਾਤ ਉਹਦੀ ਗੱਲ ਨਹੀਂ ਮੰਨੀ। ਉਹਨੇ ਉਹਨੂੰ ਪ੍ਰੇਰਨ ਦੀ ਕੋਸ਼ਿਸ਼ ਕੀਤੀ, ਕੋਈ ਗੱਲ ਨਹੀਂ ਯਾਰ ਤੂੰ ਪੈਸੇ ਲੈ ਲੈ, ਆਪਰੇਸ਼ਨ ਕਰਾ ਲਾ, ਬਾਅਦ 'ਚੋਂ ਦੇ ਦੀ। ਵੀ ਉਹਨੇ ਪਰਸੂਏਡ ਹੁੰਦਾ ਵੀ ਮਨਾਉਣ ਦਾ ਯਤਨ ਕੀਤਾ, ਬਟ ਆਈ ਡਿਡਨਟ ਲਿਸਨ, ਮੈਂ ਉਹਦੀ ਇੱਕ ਨਾ ਸੁਣੀ, ਮੈਂ ਉਹਦੀ ਗੱਲ ਨਾ ਮੰਨੀ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੀ ਇਸ ਕਹਾਣੀ ਦਾ ਲੈਸਨ ਨੰਬਰ 1 ਬੈਡ ਨੰਬਰ 29 ਦਾ ਦੂਸਰਾ ਹਿੱਸਾ, ਤੇ ਹੋਪਫੁਲੀ ਆਸ ਕਰਦਾ ਅਗਲੇ ਹਿੱਸੇ ਵਿੱਚ ਇਹ ਕਹਾਣੀ ਸਮਾਪਤ ਹੋ ਜਾਏਗੀ। ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।